दोस्तों हाजिर एक होर वीडियो रिपोर्ट लैके चैनल रितेश लखी अनप्लग्ड उत्ते 29 अगस्त 2022 ਨੂੰ ਨਾਲਾਗੜ੍ਹ ਕੋਰਟ ਕੰਪਲੈਕਸ ਤੋਂ ਸਨੀ ਲੈਫਟੀ ਨੂੰ ਭਜਾਉਣ ਦੀ ਕੋਸ਼ਿਸ਼ ਨਾਕਾਮਯਾਬ ਰਹਿੰਦੀ ਹੈ। ਵਿੱਕੀ ਮਿੱਡੂ ਖੇੜਾ ਦੇ ਕਾਤਲ ਅਜੇ ਉਰਫ ਸਨੀ ਉਰਫ ਲੈਫਟੀ ਨੂੰ ਖੁਦ ਨੂੰ ਸਮਝ ਨਹੀਂ ਆਉਂਦਾ ਕਿ ਜਿਹੜੇ ਲੋਕ ਅਦਾਲਤ ਦੇ ਕੰਪਲੈਕਸ ਦੇ ਬਾਹਰ ਗੋਲੀ ਚਲਾਉਂਦੇ ਨੇ ਉਹ ਗੈਂਗਸਟਰ ਸਨ ਜੋ ਕਿ ਉਸ ਨੂੰ ਅਦਾਲਤ ਦੇ ਵਿੱਚੋਂ ਭਜਾਉਣ ਆਏ ਸਨ। ਸਨੀ ਲੈਫਟੀ ਡਰ ਕੇ ਅਦਾਲਤ ਦੇ ਅੰਦਰ ਬਾਥਰੂਮਾਂ ਦੇ ਵਿੱਚ ਵੜ ਜਾਂਦਾ ਹੈ ਤੇ ਪੂਰਾ ਦਾ ਪੂਰਾ ਪਲਾਨ ਚੌਪਟ ਹੋ ਜਾਂਦਾ ਹੈ। ਉਸ ਵਕਤ ਤੱਕ ਕਿਸੇ ਨੂੰ ਸਮਝ ਵਿੱਚ ਇਹ ਵੀ ਨਹੀਂ ਆਉਂਦਾ ਕਿ ਇਹ ਇੱਕ ਅੰਡਰ ਟ੍ਰਾਇਲ ਨੂੰ ਅਦਾਲਤ ਵਿੱਚੋਂ ਭਜਾਉਣ ਦੀ ਕੋਸ਼ਿਸ਼ ਸੀ ਜਾਂ ਫਿਰ ਕਿਸੇ ਗੈਂਗਵਾਰ ਦਾ ਹਿੱਸਾ ਸੀ ਜਿਸ ਤਹਿਤ ਇੱਕ ਗੈਂਗਸਟਰ ਉੱਤੇ ਗੋਲੀ ਚਲਾਈ ਗਈ, ਕਿਉਂਕਿ ਗੋਲੀ ਚੱਲੀ ਹੁੰਦੀ ਹੈ ਇਸ ਵਾਰਦਾਤ ਦੇ ਵਿੱਚ। ਲੇਕਿਨ ਇਸ ਘਟਨਾ ਤੋਂ ਬਾਅਦ ਇੱਕ ਲੰਮੀ ਚੌੜੀ ਤਫਤੀਸ਼ ਸ਼ੁਰੂ ਹੁੰਦੀ ਹੈ ਜਿਸ ਨੂੰ ਲੀਡ ਕਰਦੀ ਹੈ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ, ਉਸ ਦਾ ਕਾਊਂਟਰ ਇੰਟੈਲੀਜੈਂਸ ਡਿਪਾਰਟਮੈਂਟ, ਜਿਸ ਦੀਆਂ ਅਲੱਗ-ਅਲੱਗ ਟੀਮਾਂ ਇਸ ਵਾਰਦਾਤ ਤੋਂ 24 ਘੰਟਿਆਂ ਦੇ ਅੰਦਰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪਹੁੰਚ ਚੁੱਕੀਆਂ ਹੁੰਦੀਆਂ ਨੇ। ਆਉਣ ਵਾਲੇ ਇੱਕ ਹਫ਼ਤੇ ਤੱਕ ਬਹੁਤ ਹੀ ਡਿਟੇਲ ਦੇ ਵਿੱਚ ਤਕਨੀਕੀ ਪੱਖਾਂ ਤੇ ਹਰ ਢੰਗ ਤਰੀਕਾ ਪੈਂਤੜਾ ਅਪਣਾ ਕੇ ਦਿੱਲੀ ਪੁਲਿਸ ਦਾ ਕਾਊਂਟਰ ਇੰਟੈਲੀਜੈਂਸ ਸੈੱਲ ਤਕਰੀਬਨ ਅੱਧਾ ਦਰਜਨ ਗੈਂਗਸਟਰਾਂ ਨੂੰ ਕਾਬੂ ਕਰ ਲੈਂਦਾ ਹੈ। ਇੱਕ ਡਿਟੇਲ ਇਸ ਪੂਰੇ ਆਪਰੇਸ਼ਨ ਦੀ ਤੇ ਸਨੀ ਲੈਫਟੀ ਕੌਣ ਸੀ ਮੈਂ ਆਪਣੀ ਕੱਲ ਦੀ ਰਿਪੋਰਟ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇੱਥੋਂ ਤੱਕ ਕਿ ਕੁਝ ਗੈਂਗਸਟਰ ਜੋ ਕਿ ਛੁਡਾਉਣ ਆਏ ਸੀ ਉਹਨਾਂ ਦਾ ਨਾਮ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ। ਲੇਕਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਹੈ ਤੇ ਇਹ 6 ਗੈਂਗਸਟਰ ਜਿਹੜੇ ਫੜੇ ਗਏ ਨੇ, ਜਿਨ੍ਹਾਂ ਵਿੱਚੋਂ 2 ਅਲੱਗ-ਅਲੱਗ ਮੋਡਿਊਲ ਸੀ ਜੋ ਕਿ ਇਸ ਸਨੀ ਲੈਫਟੀ ਨੂੰ ਛੁਡਾਉਣ ਗਏ ਸੀ, ਉਹਨਾਂ ਨੂੰ ਕਾਬੂ ਕੀਤਾ ਗਿਆ ਹੈ। ਤੇ ਇਹਨਾਂ ਦਾ ਮੇਨ ਹੈਂਡਲਰ ਗਗਨਦੀਪ ਰਾਹੁਲ ਪੰਡਿਤ, ਜਿਸ ਨੂੰ ਅੰਡਰਵਰਲਡ ਦੇ ਵਿੱਚ ਗਗਨ ਗਲੋਕ ਦੇ ਨਾਂ ਨਾਲੋਂ ਜਾਣਿਆ ਜਾਂਦਾ ਹੈ, ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸੋ ਇਸ ਤੋਂ ਪਹਿਲਾਂ ਕਿ ਆਪਾਂ ਦਿੱਲੀ ਪੁਲਿਸ ਦੇ ਇਸ ਆਪਰੇਸ਼ਨ ਦੀ ਅੱਜ ਗੱਲ ਕਰੀਏ, ਕਿਉਂਕਿ ਸਾਰੀ ਡਿਟੇਲ ਮੈਂ ਤੁਹਾਡੇ ਨਾਲ ਕੱਲ ਸਾਂਝੀ ਕਰਤੀ ਸੀ, ਕੁਝ ਨਵਾਂ ਮੇਰੇ ਕੋਲ ਦੱਸਣ ਨੂੰ ਉਸ ਪੱਖੋਂ ਨਹੀਂ ਹੈ। ਲੇਕਿਨ ਅੱਜ ਮੈਂ ਦਿੱਲੀ ਪੁਲਿਸ ਦਾ ਇਹ ਆਪਰੇਸ਼ਨ ਕਿਵੇਂ ਅੱਗੇ ਤੁਰਿਆ, ਕਿੱਡੀ ਕੁ ਮਹਾਰਤ ਤੇ ਐਕਸਪਰਟੀਜ਼ ਦਿੱਲੀ ਪੁਲਿਸ ਦੇ ਅਫਸਰਾਂ ਦੀ ਰਹੀ ਇਹਨਾਂ ਸਾਰੇ ਗੈਂਗਸਟਰਾਂ ਨੂੰ ਫੜਨ ਦੇ ਵਿੱਚ, ਉਸ ਉੱਤੇ ਗੱਲਬਾਤ ਕਰਾਂਗਾ। ਲੇਕਿਨ ਸਭ ਤੋਂ ਪਹਿਲਾਂ ਹਰਗੋਬਿੰਦ ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਜਿਹੜੇ ਕਮਿਸ਼ਨਰ ਨੇ ਉਹਨਾਂ ਦਾ ਬਿਆਨ ਸੁਣ ਲੈਂਦੇ हैं जो कि ਅੱਜ ਉਹਨਾਂ ਨੇ ਦਿੱਤਾ ਹੈ, जिस दौरान उन्होंने पूरा का पूरा खुलासा मीडिया आगे किया। इस तो बाद आप अपनी इस रिपोर्ट में आगे दोहराएंगे। 29 अगस्त को नालागढ़ कोर्ट जो कि बद्री डिस्ट्रिक्ट में है, वहाँ पे एक बहुत ही सेंसेशनल इंसिडेंट हुआ था जिसकी बैकग्राउंड बहुत सारे लोगों को उस टाइम रजिस्टर नहीं हुई, बट क्योंकि स्पेशल सेल ने इसमें ऑलरेडी बहुत एक्सटेंसिव काम किया था तो हमें उस चीज़ की सेंसिटिविटी का अंदाज़ा था। एक अक्यूज़ जिसका नाम अजय एलियस सनी एलियस लेफ्टी है, उसको 2021 के एक मर्डर केस में जो कि उसी डिस्ट्रिक्ट का था, बद्री डिस्ट्रिक्ट का, उसमें कोर्ट में पेश किया जाना था। और 2021 का इंसिडेंट भी बहुत सीरियस था जो उस केस में इसकी पेशी थी। और ये जो अजय सनी लेफ्टी है, ये एक और ही बहुत नोटेबल किलिंग है पंजाब की लास्ट ईयर की। 7 अगस्त 2021 को विक्की मिड्डू खेड़ा की किलिंग जो थी मोहाली में हुई थी, और जो कि एक काफ़ी बड़ी वजह बनी जिसके कारण सिद्धू मूसेवाला की भी बाद में 29 मई को इस साल हत्या हुई। तो ये अजय सनी लेफ्टी को जब कोर्ट में पेश करने के बाद बाहर इसको जेल वैन में बिठाया जाना था, तो उसी दौरान 4 लोग आए जो कि 2 बाइक्स पे थे। इन्होंने फायरिंग करी। इसके साथ काफ़ी बड़ा 5 लोगों का आर्म्ड एस्कॉर्ट्स था, बड़ा वेपन था, पिस्टल्स थे। उसके बावजूद इन्होंने बड़ी ऑडेशियस अटेम्प्ट करी इसको छुड़वाने की, लेकिन क्योंकि फायरिंग हुई काफ़ी वहाँ पैनिक मैली हुई और इनकी आपस में थोड़ी कम्युनिकेशन ब्रेकडाउन हुई, क्योंकि जो शूटर थे ये नए थे। तो इस कन्फ्यूजन में ये डर गया और ये अंदर कोर्ट में भाग गया। तो इनसे वारदात में जो यूज़ हुआ, बाइक मिल गया है, वेपन मिल गए हैं, चारों जो मौके पे गए थे शूटर और एसोसिएट वो मिल गए हैं, जिन्होंने इनको इकट्ठा किया वो मिल गया, जिसने वेपन दिए वो भी मिल गया है। तो अभी तक की जो तमाम कार्रवाई हुई है उसमें हमारी काउंटर इंटेलिजेंस टीम अंडर डीसीपी मनीषी चंद्रा और एसीपी राहुल विक्रम और बाकी सारी टीम ने बहुत अच्छा काम किया है। तो तुसी सुनिया हरगोबिंद ਧਾਲੀਵਾਲ ਨੂੰ, जो कि खुद एक IPS अफसर भी हैगे ने ते पंजाब दे मोगे दे जमपाल हैगे ने।
ਇਹੀ ਕਾਰਨ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਇਹਨਾਂ ਦਾ ਇੱਕ ਸਪੈਸ਼ਲ ਇੰਟਰਸਟ ਰਿਹਾ। ਜ਼ਿਆਦਾਤਰ ਜਿਹੜੇ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਹਰਿਆਣੇ ਦੇ ਨਾਲ ਜੁੜਦੇ ਸਨ, ਉਹਨਾਂ ਦੀ ਜ਼ਿਆਦਾਤਰ ਸਮਝ ਹੋਣ ਦੇ ਕਾਰਨ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਹਨਾਂ ਨੂੰ ਕਾਬੂ ਕੀਤਾ। ਲੇਕਿਨ ਆ ਜਿਹੜੀ ਘਟਨਾ ਹੋਈ ਆ ਵਾਰਦਾਤ ਨਾਲਾਗੜ੍ਹ ਅਦਾਲਤੀ ਕੰਪਲੈਕਸ ਦੇ ਵਿੱਚ ਹੋਈ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਧਰਪਕੜ ਹੋਈ, ਇਸ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਦੇ ਜ਼ਰੀਏ ਹੀ ਚੰਗੀ ਪੁਲਿਸਿੰਗ ਕੀ ਹੁੰਦੀ ਹੈ, ਚੰਗੀ ਇਨਵੈਸਟੀਗੇਸ਼ਨ ਕੀ ਹੁੰਦੀ ਹੈ, ਤੇ ਆਪਰੇਸ਼ਨ ਸੈੱਲ ਜਾਂ ਸਪੈਸ਼ਲ ਟਾਸਕ ਫੋਰਸਾਂ ਜੇ ਆਪਣੀ ਆਈ ਤੇ ਆ ਜਾਣ, ਚੰਗੇ ਤਰੀਕੇ ਨਾਲ ਚੰਗੇ ਸੰਸਾਧਨਾਂ ਦੇ ਨਾਲ ਲੈਸ ਹੋ ਕੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਨ, ਤਾਂ ਫਿਰ ਜੇ ਇੱਕ ਸਨੀ ਲੈਫਟੀ ਨੂੰ ਛੁਡਾਉਣ ਲਈ 5-7 ਗੈਂਗਸਟਰਾਂ ਨੇ ਪਲਾਨਿੰਗ ਕੀਤੀ ਹੋਵੇ ਤਾਂ ਬਾਅਦ ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਹੈ। 6 ਦੇ 6 ਗੈਂਗਸਟਰ ਕਾਬੂ ਨੇ ਤੇ ਅਜੇ ਹੋਰ ਵੀ ਬਹੁਤ ਸੇ ਲੋਕ ਇਸੇ ਲੜੀ ਦੇ ਵਿੱਚ ਗ੍ਰਿਫਤਾਰ ਕੀਤੇ ਜਾਣੇ ਬਾਕੀ ਨੇ। ਸੋ ਅੱਜ ਸਮਝਦੇ ਹਾਂ ਕਿ ਜੋ ਦਿੱਲੀ ਪੁਲਿਸ ਨੇ ਕੀਤਾ ਹੈ ਉਹ ਕਿਵੇਂ ਕੀਤਾ। 29 ਅਗਸਤ ਦੀ ਇਸ ਵਾਰਦਾਤ ਤੋਂ ਬਾਅਦ ਕੁਝ ਘੰਟੇ ਦੇ ਵਿੱਚ ਹੀ, ਤਕਰੀਬਨ 24 ਘੰਟਿਆਂ ਤੋਂ ਲੈ ਕੇ 36 ਘੰਟੇ ਦੇ ਅਰਸੇ ਦੇ ਵਿੱਚ ਹੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਤੇ ਉਸਦੀ ਕਾਊਂਟਰ ਇੰਟੈਲੀਜੈਂਸ ਸੈੱਲ ਦੇ ਕਈ ਇੰਸਪੈਕਟਰ ਨਾਲਾਗੜ੍ਹ ਪਹੁੰਚ ਜਾਂਦੇ ਨੇ। ਹੁਣ ਤੁਸੀਂ ਸਮਝੋ ਕਿ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੀ ਇਹ ਵਾਰਦਾਤ ਸੀ। ਹਿਮਾਚਲ ਪ੍ਰਦੇਸ਼ ਨੂੰ ਚਿੰਤਾ ਹੋਣੀ ਚਾਹੀਦੀ ਸੀ, ਚਿੰਤਾ ਹਰਿਆਣਾ ਤੇ ਪੰਜਾਬ ਪੁਲਿਸ ਨੂੰ ਵੀ ਹੋ ਸਕਦੀ ਸੀ, ਲੇਕਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮਾਂ, ਇਹ ਸਮਝਿਆ ਜਾਂਦਾ ਹੈ ਕਿ ਜਦੋਂ ਵੀ ਨਾਰਥ ਇੰਡੀਆ ਦੇ ਵਿੱਚ ਕੋਈ ਵੱਡੀ ਵਾਰਦਾਤ ਹੁੰਦੀ ਹੈ, ਇਸ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਦੋਂ ਇੰਟੈਲੀਜੈਂਸ ਦਾ ਜਿਹੜਾ ਹੈੱਡਕੁਆਟਰ ਸੀ ਪੰਜਾਬ ਦਾ, ਉਸ ਉੱਤੇ ਰਾਕਟ ਲਾਂਚਰ ਦਾ ਹਮਲਾ ਹੋਇਆ ਸੀ, ਉਸ ਹਮਲੇ ਤੋਂ ਕੁਝ ਘੰਟੇ ਬਾਅਦ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀਆਂ ਟੀਮਾਂ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਸਨ। ਦਿੱਲੀ ਪੁਲਿਸ ਦੀਆਂ ਤਕਰੀਬਨ 3 ਤੋਂ 4 ਟੀਮਾਂ 2.5 ਤੋਂ 3 ਮਹੀਨੇ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਕੰਮ ਕਰਦੀਆਂ ਰਹੀਆਂ। ਅੰਡਰਕਵਰ ਦੇ ਰੂਪ ਵਿੱਚ ਆਪਣੇ ਲੈਵਲ ਦੇ ਉੱਤੇ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ। ਠੀਕ ਉਸੇ ਤਰ੍ਹਾਂ ਦੇ ਉੱਤੇ ਨਾਲਾਗੜ੍ਹ ਦੀ ਇਸ ਵਾਰਦਾਤ ਤੋਂ ਬਾਅਦ ਵੀ ਸਪੈਸ਼ਲ ਸੈੱਲ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ, ਕਿਉਂਕਿ ਸਨੀ ਲੈਫਟੀ ਨੂੰ ਗ੍ਰਿਫਤਾਰ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਸੀ। ਸੋ ਉਹਨਾਂ ਦੀ ਨਜ਼ਰ ਵੀ ਸੀ ਸਨੀ ਲੈਫਟੀ ਉੱਤੇ ਕੀ ਕਿਸੇ ਵਿਰੋਧੀ ਗੈਂਗ ਨੇ ਹਮਲਾ ਕੀਤਾ ਜਾਂ ਫਿਰ ਉਸ ਨੂੰ ਭਜਾਉਣ ਦੀ ਕੋਸ਼ਿਸ਼ ਸੀ। ਇਸ ਨੂੰ ਸਾਰੇ ਜਾਣਨਾ ਚਾਹੁੰਦੇ ਸੀ, ਕਿਉਂਕਿ ਉਸ ਵਕਤ ਬਹੁਤ ਵੱਡੀ ਕਨਫਿਊਜ਼ਨ ਸੀ, ਕਨਫਲਿਕਟਿੰਗ ਕਲੇਮ ਸਾਹਮਣੇ ਆ ਰਹੇ ਸਨ ਗੈਂਗਸਟਰਾਂ ਵੱਲੋਂ ਜਾਂ ਸੋਸ਼ਲ ਮੀਡੀਆ ਪੇਜਾਂ ਦੇ ਉੱਤੇ ਵੀ ਬਹੁਤ ਹੀ ਕੰਟਰਾਡਿਕਟਰੀ ਇਨਫੋਰਮੇਸ਼ਨ ਜਿਹੜੀ ਸੀ ਉਹ ਪਬਲਿਕ ਡੋਮੇਨ ਦੇ ਵਿੱਚ ਆ ਰਹੀ ਸੀ। ਸੋ ਅਗਲੇ 6-7 ਦਿਨ ਤੱਕ ਦਿੱਲੀ ਪੁਲਿਸ ਨੇ ਬਹੁਤ ਹੀ ਮਿਹਨਤ ਦੇ ਨਾਲ ਕੰਮ ਕੀਤਾ। ਉਹਨਾਂ ਦੇ ਅਫਸਰਾਂ ਨੇ ਉਸ ਇਲਾਕੇ ਦੇ ਵਿੱਚ ਜਿੰਨੀ ਟੈਕਨੀਕਲ ਇਹਨਾਂ ਕੋਲ ਐਕਸਪਰਟੀਜ਼ ਸੀ ਉਸ ਨੂੰ ਚੋਕ ਦਿੱਤਾ। ਕਾਲ ਡਿਟੇਲਸ ਤੋਂ ਲੈ ਕੇ ਹਰ ਪੱਖ, ਹਰ ਪ੍ਰੋਬੇਬਲ ਜਿਹੜਾ ਐਂਗਲ ਸੀ ਇਸ ਸੰਭਾਵਿਤ ਹਮਲੇ ਜਾਂ ਫਿਰ ਅਦਾਲਤ ਦੇ ਪਰਿਸਰ ਤੋਂ ਇੱਕ ਗੈਂਗਸਟਰ ਨੂੰ ਭਜਾਉਣ ਦੀ ਇਸ ਪੂਰੀ ਦੀ ਪੂਰੀ ਕਵਾਇਦ ਦਾ, ਉਸ ਨੂੰ ਐਗਜ਼ਾਮਿਨ ਕੀਤਾ ਗਿਆ। ਅਖੀਰ ਦੇ ਵਿੱਚ ਉਹ ਲੋਕਾਂ ਨੂੰ ਟਰੇਸ ਕਰ ਲਿਆ ਗਿਆ। 4 ਅਜਿਹੇ ਗੈਂਗਸਟਰ, 2 ਅਲੱਗ-ਅਲੱਗ ਮੋਡਿਊਲ, ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ, ਕੈਥਲ ਦੇ ਪੁੰਡਰੀ ਤੇ ਕੈਥਲ ਇਲਾਕੇ ਦੇ 2 ਗੈਂਗਸਟਰ ਜੋ ਕਿ ਭੂਪੀ ਰਾਣਾ ਗੈਂਗ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਵਕੀਲ ਬਿੱਲਾ ਤੇ ਦੂਸਰਾ ਸੀ ਵਿਕਰਮ ਵਿੱਕੀ। ਇਹ ਦੋਵਾਂ ਦੀ ਲੋਕੇਸ਼ਨਸ ਨੂੰ ਟਰੇਸ ਕਰ ਲਿਆ ਗਿਆ ਸੀ ਤੇ ਸਰਵੇਲਾਂਸ ਦੇ ਤਹਿਤ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਉੱਤੇ ਕਈ ਦਿਨ ਨਜ਼ਰ ਰੱਖੀ। ਅਖੀਰ ਦੇ ਵਿੱਚ 2 ਸਤੰਬਰ ਨੂੰ ਇਹ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਹੁਣ ਵਕੀਲ ਬਿੱਲਾ ਜਿਹੜਾ ਸੀ ਉਸ ਨੂੰ ਕਰਨਾਲ ਬਾਈਪਾਸ ਤੋਂ ਕਾਬੂ ਕੀਤਾ ਗਿਆ, ਜਦੋਂ ਕਿ ਪਟਿਆਲਾ ਦੇ ਮਾਵੀ ਕਲਾਂ ਜਿਹੜਾ ਪਿੰਡ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਵਿਕਰਮ ਵਿੱਕੀ ਨੂੰ। ਸਨੀ ਲੈਫਟੀ ਨੂੰ ਭਜਾਉਣ ਆਏ ਇਹਨਾਂ ਹਰਿਆਣਾ ਮੋਡਿਊਲ ਦੇ ਗੈਂਗਸਟਰਾਂ ਤੋਂ ਇਲਾਵਾ ਪੰਜਾਬ ਮੋਡਿਊਲ ਦੇ 2 ਹੋਰ ਗੈਂਗਸਟਰ ਸਨ। ਪ੍ਰਗਟ ਸਿੰਘ ਨੂੰ ਮੋਗੇ ਦੇ ਪੱਟੋ ਹੀਰਾ ਸਿੰਘ ਪਿੰਡ ਤੋਂ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ ਇੱਕ ਹੋਰ ਜਿਹੜਾ ਗੈਂਗਸਟਰ ਸੀ ਗੁਰਜੰਟ ਸਿੰਘ, ਉਸ ਨੂੰ ਸਮਰਾਲੇ ਦੇ ਲਾਗਿਓਂ ਪਿੰਡ ਹੇਡੋਂ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ। ਸੋ ਪਟਿਆਲਾ, ਸਮਰਾਲਾ, ਮੋਗਾ 3 ਥਾਵਾਂ ਤੋਂ ਗੈਂਗਸਟਰਾਂ ਨੂੰ ਦਿੱਲੀ ਪੁਲਿਸ ਨੇ ਕਾਬੂ ਕੀਤਾ, ਜਦੋਂ ਕਿ ਇੱਕ ਗੈਂਗਸਟਰ ਜਿਹੜਾ ਸੀਗਾ, ਯਾਨੀ ਕਿ ਇਹ ਉਹ ਸ਼ੂਟਰ ਪਾਰਟੀ ਸੀ ਜੋ ਕਿ ਆਈ ਸੀ, ਜਿਸ ਨੇ ਸਨੀ ਲੈਫਟੀ ਨੂੰ ਛੁਡਾਉਣਾ ਸੀ, ਉਸ ਨੂੰ ਦਿੱਲੀ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ। ਲੇਕਿਨ ਇਹਨਾਂ 4 ਤੋਂ ਮਹੱਤਵਪੂਰਨ ਜਿਹੜੀ ਗ੍ਰਿਫਤਾਰੀਆਂ ਹੋਈਆਂ ਉਹ 2 ਹੋਰ ਲੋਕਾਂ ਦੀਆਂ ਹੋਈਆਂ। ਪੰਚਕੂਲਾ ਦੇ ਮਾਜਰੀ ਚੌਂਕ ਤੋਂ ਅਜੇ ਮੈਂਟਲ ਨਾਂ ਦਾ ਇੱਕ ਹੋਰ ਲੌਜਿਸਟਿਕਲ ਸਪਲਾਈ, ਹਥਿਆਰ ਵਗੈਰਾ ਮੁਹੱਈਆ ਕਰਾ ਦੇਣ ਵਾਲਾ ਗੈਂਗਸਟਰ ਕਾਬੂ ਕੀਤਾ ਗਿਆ। ਲੇਕਿਨ ਸਭ ਤੋਂ ਵੱਡੀ ਜਿਹੜੀ ਕੈਚ ਸੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ, ਹੁਣ ਉਹਨਾਂ ਨੂੰ ਤਾਂ ਨਹੀਂ ਪਤਾ ਸੀ ਕਿ ਇਸ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਕਿਹੜੇ ਲੋਕ ਇਨਵੋਲਵ ਨੇ, ਲੇਕਿਨ ਸਭ ਤੋਂ ਵੱਡੀ ਜਿਹੜੀ ਕੈਚ ਸੀ ਉਹ ਸੀ ਗਗਨਦੀਪ ਸ਼ਰਮਾ, ਜਿਸ ਨੂੰ ਅੰਡਰਵਰਲਡ ਦੇ ਵਿੱਚ ਗਗਨ ਗਲੋਕ ਦੇ ਨਾਂ ਨਾਲੋਂ ਵੀ ਜਾਣਿਆ ਜਾਂਦਾ ਹੈ। ਸੋ ਹੋਇਆ ਕਿ ਸਨੀ ਲੈਫਟੀ ਨੂੰ ਛੁਡਾਉਣ ਲਈ ਕੁਝ ਗੈਂਗਸਟਰ ਆਉਂਦੇ ਨੇ ਤੇ ਅੱਧਾ ਦਰਜਨ ਗੈਂਗਸਟਰ ਸਣੇ ਗਗਨ ਗਲੋਕ ਜਿਹੜੇ ਹੈ ਉਹ ਦਿੱਲੀ ਪੁਲਿਸ ਦੇ ਕਾਬੂ ਆ ਜਾਂਦੇ ਨੇ। ਮੋਹਾਲੀ ਦੇ ਵਿੱਚੋਂ ਗਗਨ ਗਲੋਕ ਨੂੰ ਗ੍ਰਿਫਤਾਰ ਕੀਤਾ ਗਿਆ। ਗਗਨਦੀਪ ਸ਼ਰਮਾ, ਜਿਸ ਨੂੰ ਕਿ ਰਾਹੁਲ ਪੰਡਿਤ ਦੇ ਨਾਂ ਨਾਲੋਂ ਵੀ ਜਾਣਿਆ ਜਾਂਦਾ ਹੈ, ਬੇਸਿਕਲੀ ਫਿਰੋਜ਼ਪੁਰ ਦੇ ਇਲਾਕੇ ਦਾ ਇਹ ਰਹਿਣ ਵਾਲਾ ਹੈ। ਉਸ ਇਲਾਕੇ ਦੇ ਵਿੱਚ ਇਸ ਦਾ ਜੱਗੂ ਭਗਵਾਨਪੁਰੀਏ ਤੇ ਲਾਰੈਂਸ ਬਿਸ਼ਨੋਈ ਦੇ ਹੋਰ ਜਿਹੜੇ ਫਰੰਟਮੈਨ ਹੈਗੇ ਨੇ, ਆਸ਼ੀਸ਼ ਨਾਂ ਦਾ ਇੱਕ ਲੜਕਾ ਹੈ, ਉਸ ਦੇ ਨਾਲ ਕਾਫੀ ਇਸ ਦਾ ਝਗੜਾ ਚੱਲਦਾ ਰਿਹਾ ਹੈ। ਇੱਕ ਦੂਸਰੇ ਨੂੰ ਧਮਕੀਆਂ ਦੇਣ ਦਾ ਦੌਰ ਲਗਾਤਾਰ ਜਾਰੀ ਰਿਹਾ ਹੈ। ਗਗਨਦੀਪ ਸ਼ਰਮਾ ਉਰਫ ਗਗਨ ਗਲੋਕ ਬੇਸਿਕਲੀ ਦਿਲਪ੍ਰੀਤ ਟਾਹਾਂ,
ਜਿਹੜਾ ਜੇਲ੍ਹ ਦੇ ਵਿੱਚ ਬੰਦ ਇਸ ਵਕਤ ਗੈਂਗਸਟਰ ਹੈ, ਉਸ ਦਾ ਮੇਨ ਫਰੰਟਮੈਨ ਵੀ ਹੈ, ਉਸ ਦਾ ਸ਼ੂਟਰ ਵੀ ਹੈ। ਕਈ ਅਪਰਾਧਿਕ ਵਾਰਦਾਤਾਂ, ਰੰਗਦਾਰੀ, ਐਕਸਟੋਰਸ਼ਨ ਤੇ ਕਿਡਨੈਪਿੰਗ ਦੀਆਂ ਵਾਰਦਾਤਾਂ ਦੇ ਵਿੱਚ ਗਗਨ ਗਲੋਕ ਇਨਵੋਲਵ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਅੰਬਾਲਾ ਦੀ ਜੇਲ੍ਹ ਤੋਂ ਉਹ ਛੁੱਟ ਕੇ ਆਇਆ ਹੈ। ਬੱਦੀ ਦੀ ਘਟਨਾ ਦੱਸੀ ਜਾਂਦੀ ਹੈ ਜਿੱਥੇ ਕਿ ਦਿਲਪ੍ਰੀਤ ਬਾਬੇ ਦੇ ਨਾਂ ਉੱਤੇ ਉਗਾਹੀ ਕੀਤੀ ਜਾ ਰਹੀ ਸੀ, ਫਰੌਤੀ ਰੰਗਦਾਰੀ ਵਸੂਲੀ ਜਾ ਰਹੀ ਸੀ ਤੇ ਬੱਦੀ ਦਾ ਇੱਕ ਲੋਕਲ ਗੈਂਗਸਟਰ ਤੇ ਕ੍ਰਿਮੀਨਲ ਐਲੀਮੈਂਟ ਇਸ ਕੰਮ ਨੂੰ ਕਰ ਰਿਹਾ ਸੀ। ਇਸ ਚੀਜ਼ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਿਲਪ੍ਰੀਤ ਬਾਬੇ ਨੇ ਗਗਨ ਗਲੋਕ ਅਤੇ ਮਨਪ੍ਰੀਤ ਮਾਨੇ ਦੀ ਡਿਊਟੀ ਲਾਈ ਕਿ ਉਹ ਜਾ ਕੇ ਇਸ ਬੰਦੇ ਨੂੰ ਨਿਪਟਣ ਤੇ ਉਸ ਤੋਂ ਬਾਅਦ ਇਹ ਲੋਕ ਜਾਂਦੇ ਨੇ ਤੇ ਬੱਦੀ ਦੇ ਵਿੱਚ ਇਹਨਾਂ ਨੇ ਉਸ ਕ੍ਰਿਮੀਨਲ ਨੂੰ ਹੀ ਕਿਡਨੈਪ ਕਰ ਲਿਆ, ਜਿਸ ਤੋਂ ਬਾਅਦ ਇਹਨਾਂ ਦੇ ਖਿਲਾਫ ਅਪਰਾਧਿਕ ਕੇਸ ਵੀ ਚੱਲਿਆ ਤੇ ਉਹ ਅੱਜ ਤੱਕ ਸ਼ਾਇਦ ਕੇਸ ਜਾਰੀ ਹੈ। ਸੋ ਗਗਨਦੀਪ ਗਲੋਕ ਇੱਕ ਬਹੁਤ ਵੱਡੀ ਕੈਚ ਇਸ ਵਾਸਤੇ ਦਿੱਲੀ ਪੁਲਿਸ ਲਈ ਹੈ ਕਿਉਂਕਿ ਦਿੱਲੀ ਪੁਲਿਸ ਨੇ ਇਸ ਨੂੰ ਉਸ ਨੋਡਲ ਆਪਰੇਟਰ ਜਾਂ ਫਿਰ ਕੋਆਰਡੀਨੇਟਰ ਦੇ ਰੂਪ ਦੇ ਵਿੱਚ ਆਇਡੈਂਟੀਫਾਈ ਕੀਤਾ ਹੈ ਜਿਸ ਦਾ ਸਿੱਧਾ ਤਾਲੁਕ ਤੇ ਰਾਬਤਾ ਸੀ ਲੱਕੀ ਪਟਿਆਲ ਦੇ ਨਾਲ। ਹੁਣ ਤਾਂ ਜਿੰਨੇ ਵੀ ਹੋਰ ਲੋਕ ਨੇ, ਚਾਹੇ ਉਹਦੇ ਵਿੱਚ ਵਕੀਲ ਵਿੱਲਾ ਹੋਵੇ, ਵਿਕਰਮ ਵਿੱਕੀ ਹੋਵੇ, ਗੁਰਜੰਟ ਜਾਂ ਪ੍ਰਗਟ ਸਿੰਘ ਹੋਵੇ ਜਾਂ ਫਿਰ ਅਜੇ ਮੈਂਟਲ ਹੋਵੇ, ਇਹ ਛੋਟੇ ਮੋਰੇ ਸਨ, ਲੇਕਿਨ ਗਗਨ ਗਲੋਕ ਜਿਹੜਾ ਸੀ ਉਹ ਡਾਇਰੈਕਟਲੀ ਲੱਕੀ ਪਟਿਆਲ ਆਰਮੇਨੀਆ ਦੀ ਜੇਲ੍ਹ ਵਿੱਚ ਕੁਝ ਸਾਲ ਪਹਿਲਾਂ ਤੱਕ ਸੀ, ਲੇਕਿਨ ਹੁਣ ਮੰਨਿਆ ਜਾਂਦਾ ਕਿ ਯੂਰਪ ਦੇ ਕਿਸੇ ਹੋਰ ਮੁਲਕ ਦੇ ਵਿੱਚ ਆਪਰੇਟ ਕਰ ਰਿਹਾ ਹੈ, ਉਸ ਦੇ ਨਾਲ ਸਿੱਧੇ ਤਾਲੁਕ ਦੇ ਵਿੱਚ ਸੀ ਤੇ ਉਸ ਦੀਆਂ ਹਿਦਾਇਤਾਂ ਉੱਤੇ ਹੀ ਸਨੀ ਲੈਫਟੀ ਨੂੰ ਇਹਨਾਂ ਨੇ ਅਦਾਲਤ ਦੇ ਵਿੱਚੋਂ ਭਜਾਉਣ ਦੀ ਪੂਰੀ ਪਲਾਨਿੰਗ ਤੇ ਜਿਹੜੀ ਸਕੀਮ ਸੀ ਉਸ ਨੂੰ ਘੜਿਆ ਸੀ। ਸੋ ਜਿਵੇਂ ਇੱਕ ਮਸ਼ਹੂਰ ਕਹਾਵਤ ਹੈ ਕਿ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਨੇ, ਉਸੇ ਤਰੀਕੇ ਨਾਲ ਸਨੀ ਲੈਫਟੀ ਨੂੰ ਛੁਡਾਉਣ ਦੇ ਚੱਕਰ ਦੇ ਵਿੱਚ ਇੱਕ ਐਡਾ ਵੱਡਾ ਮੋਡਿਊਲ ਲੱਕੀ ਪਟਿਆਲ ਤੇ ਦਿਲਪ੍ਰੀਤ ਟਾਹਾਂ ਦਾ ਅਜਿਹਾ ਫਰੰਟਮੈਨ ਗਗਨ ਗਲੋਕ ਜਿਹੜਾ ਹੈ ਉਹ ਦਿੱਲੀ ਪੁਲਿਸ ਦੇ ਹੱਥੇ ਚੜ ਗਿਆ। ਇੱਕ ਬਹੁਤ ਵੱਡੀ ਪ੍ਰਾਪਤੀ ਹੈ, ਲੇਕਿਨ ਇੱਥੇ ਜਿਹੜੀ ਸਭ ਤੋਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜੋ ਕਿ ਅੱਜ ਦੀ ਸਾਡੀ ਇਸ ਰਿਪੋਰਟ ਦਾ ਸਬਬ ਹੈ, ਉਸ ਦੇ ਕੰਮ ਕਰਨ ਦੀ ਜਿਹੜੀ ਪ੍ਰਣਾਲੀ ਹੈ, ਉਸ ਦਾ ਤਰੀਕਾ ਹੈ, ਉਸ ਨੂੰ ਸਮਝਣਾ ਬੜੀ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਤੁਸੀਂ ਆਰਗੇਨਾਈਜ਼ਡ ਕ੍ਰਾਈਮ ਤੇ ਅੰਡਰਵਰਲਡ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਟਕਰਾ ਰਹੇ ਹੁੰਦੇ ਹੋ, ਇਹਨਾਂ ਨੂੰ ਚੇਜ਼ ਆਊਟ ਕਰ ਰਹੇ ਹੁੰਦੇ ਹੋ, ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਇਹਨਾਂ ਤੋਂ 2 ਕਦਮ ਅੱਗੇ ਰਹਿਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਤੇ ਇਸ ਘਟਨਾ ਦੇ ਵਿੱਚ ਇਹੀ ਸਾਬਤ ਹੁੰਦਾ ਹੈ। ਇੱਕ ਗਲਤੀ ਤੇ ਇੱਕ ਚੂਕ ਹੁੰਦੀ ਹੈ। ਹਾਲਾਂਕਿ ਸਨੀ ਲੈਫਟੀ ਨੂੰ ਜੇ ਪਤਾ ਵੀ ਹੁੰਦਾ ਤੇ ਉਹ ਜੇ ਅਦਾਲਤ ਦੇ ਵਿੱਚੋਂ ਫਰਾਰ ਹੋ ਵੀ ਗਿਆ ਹੁੰਦਾ ਤਾਂ ਵੀ ਇਸ ਚੀਜ਼ ਤੋਂ ਕੋਈ ਸ਼ੱਕ ਕਿਸ ਨੂੰ ਨਹੀਂ ਹੋਣਾ ਚਾਹੀਦਾ ਸੀ ਕਿ ਕੁਝ ਹੀ ਦਿਨਾਂ ਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕਰ ਹੀ ਲੈਣਾ ਸੀ, ਭਾਵੇਂ ਕਿਵੇਂ ਵੀ ਉਹ ਕਾਬੂ ਕਰਦੇ। ਸੋ ਇਸ ਕੇਸ ਦੇ ਵਿੱਚ ਵੀ ਉਹੀ ਹੋਇਆ। ਬੇਸ਼ੱਕ ਸਨੀ ਲੈਫਟੀ ਤਾਂ ਨਹੀਂ ਭੱਜ ਪਾਇਆ, ਲੇਕਿਨ ਜਿੰਨੇ ਵੀ ਲੋਕ ਉਸ ਨੂੰ ਬਚਾਉਣ ਜਾਂ ਉਸ ਨੂੰ ਭਜਾਉਣ ਦੀ ਪੂਰੀ ਕਨਸਪੀਰੇਸੀ ਜਾਂ ਸਾਜ਼ਿਸ਼ ਦੇ ਵਿੱਚ ਇਨਵੋਲਵ ਸਨ, ਉਹ ਇੱਕ ਕਰਕੇ ਗ੍ਰਿਫਤਾਰ ਕਰ ਲਏ ਗਏ। 6 ਲੋਕ ਗ੍ਰਿਫਤਾਰ ਹੈਗੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣੀਆਂ ਨੇ। ਸੋ ਦਿੱਲੀ ਪੁਲਿਸ ਦਾ ਇੱਕ ਬਹੁਤ ਹੀ ਖਾਸ ਆਪਰੇਸ਼ਨ, ਸਪੈਸ਼ਲ ਸੈੱਲ ਦਾ, ਕਾਊਂਟਰ ਇੰਟੈਲੀਜੈਂਸ ਦਾ ਇੱਕ ਬਹੁਤ ਹੀ ਐਕਸਪਰਟ ਤਰੀਕੇ ਦੇ ਨਾਲ ਪ੍ਰੋਫੈਸ਼ਨਲੀ ਕੰਡਕਟ ਕੀਤਾ ਗਿਆ ਆਪਰੇਸ਼ਨ, ਜਿਸ ਵਿੱਚ ਐਡੀ ਵੱਡੀ ਕਾਮਯਾਬੀ, ਗੁਆਂਢੀ ਸੂਬਿਆਂ ਦੇ ਵਿੱਚੋਂ ਜਾ ਕੇ ਉਹਨਾਂ ਦੇ ਗੈਂਗਸਟਰਾਂ ਨੂੰ, ਮੋਡਿਊਲਸ ਨੂੰ ਬਸਟ ਕਰਨਾ, ਗ੍ਰਿਫਤਾਰੀਆਂ ਕਰਨੀਆਂ, ਚੱਕਨੀਆਂ ਤੇ ਪੂਰੀ ਦੀ ਪੂਰੀ ਕਨਸਪੀਰੇਸੀ ਨੂੰ ਅਨਰਿਵੀਲ ਕਰਨਾ। ਲੱਕੀ ਪਟਿਆਲ ਤਾਂ ਬੈਠ ਕੇ ਸੋਚ ਵੀ ਨਹੀਂ ਪਾ ਰਿਹਾ ਹੋਵੇਗਾ ਕਿ ਜੋ ਸੋਚ ਰਿਹਾ ਸੀ, ਜਿਸ ਤਰੀਕੇ ਨਾਲ ਉਸਨੇ ਪਲਾਨਿੰਗ ਘੜੀ ਰਚੀ, ਉਸ ਤੋਂ ਬਾਅਦ ਕੋਈ ਪੁਲਿਸ ਮਹਿਕਮਾ ਜਾਂ ਕੋਈ ਪੁਲਿਸ ਦੀ ਟੀਮ ਉਹਨਾਂ ਤੱਕ ਹੱਥ ਪਾ ਵੀ ਸਕੇਗੀ, ਕਿਉਂਕਿ ਗਫਲਤ ਜਾਂ ਕਨਫਿਊਜ਼ਨ ਦਾ ਆਲਮ ਇਹ ਸੀ ਕਿ ਖੁਦ ਕੌਸ਼ਲ ਚੌਧਰੀ ਦੇ ਸੋਸ਼ਲ ਮੀਡੀਆ ਪੋਸਟਾਂ ਤੋਂ ਜਿਹੜੇ ਫੀਡਸ ਪਈਆਂ, ਪੋਸਟਾਂ ਪਈਆਂ, ਉਹਨਾਂ ਦੇ ਵਿੱਚ ਜਿਹੜੇ ਆਇਡੈਂਟੀਫਾਈ ਕੀਤੇ ਗਏ ਸ਼ੂਟਰ ਜਾਂ ਗੈਂਗਸਟਰ ਸਨ ਉਹ ਕੋਈ ਹੋਰ ਹੀ ਦੱਸੇ ਗਏ ਤੇ ਉਹਨਾਂ ਗੈਂਗਸਟਰਾਂ ਵੱਲੋਂ ਮੇਰੇ ਨਾਲ ਤਾਲੁਕ ਕਰਕੇ, ਮੇਰੇ ਨਾਲ ਰਾਬਤਾ ਕਰਕੇ ਕਲੈਰੀਫਾਈ ਕੀਤਾ ਗਿਆ ਕਿ ਇਸ ਆਪਰੇਸ਼ਨ ਦੇ ਵਿੱਚ ਉਹ ਇਨਵੋਲਵ ਨਹੀਂ ਸਨ, ਯਾਨੀ ਕਿ ਮੈਂ ਨੀਰਜ ਚਸਕਾ ਤੇ ਮਾਨ ਜੈਤੋ ਦੀ ਗੱਲ ਕਰਦਾ ਪਿਆ। ਸੋ ਇੱਕ ਬਹੁਤ ਹੀ ਚੰਗਾ ਪ੍ਰੋਫੈਸ਼ਨਲੀ ਡਨ ਅਪ ਆਪਰੇਸ਼ਨ, ਜਿਸ ਲਈ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ, ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ, ਉਹਨਾਂ ਦੇ ਜਿਹੜੇ ਡੀਸੀਪੀ ਮਨੀਸ਼ੀ ਚੰਦਰਾ ਹੈਗੇ ਨੇ, ਏਸੀਪੀ ਰਾਹੁਲ ਵਿਕਰਮ ਹੈਗੇ ਨੇ, ਇੰਸਪੈਕਟਰ ਉਹਨਾਂ ਦੇ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਮੁਖੀ ਹਰਗੋਬਿੰਦ ਧਾਲੀਵਾਲ, ਉਹ ਵਧਾਈ ਦੇ ਪਾਤਰ ਵੀ ਨੇ। ਕਈ 100 ਕਿਲੋਮੀਟਰ ਦੂਰੋਂ ਆ ਕੇ ਆਪਣੇ ਅਧਿਕਾਰੀਆਂ ਨੂੰ ਦਿਨ ਰਾਤ ਇਹਨਾਂ ਆਪਰੇਸ਼ਨਾਂ ਦੇ ਵਿੱਚ ਇਨਵੋਲਵ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ, ਮੋਹਾਲੀ, ਪੰਚਕੂਲਾ ਦੀ ਖਾਕ ਛਾਣ ਕੇ ਇਹਨਾਂ ਅਫਸਰਾਂ ਨੇ ਉਹਨਾਂ ਗੈਂਗਸਟਰਾਂ ਨੂੰ ਟਰੈਕ ਕੀਤਾ, ਟ੍ਰੇਲ ਕੀਤਾ, ਉਹਨਾਂ ਦੀ ਲੋਕੇਸ਼ਨਸ ਆਇਡੈਂਟੀਫਾਈ ਕੀਤੀ, ਸਾਰੀ ਕੜੀਆਂ ਜੋੜੀਆਂ ਤੇ ਜਿਹੜੀ ਪ੍ਰੋਫੈਸ਼ਨਲ ਐਕਸਪਰਟੀਜ਼ ਤੇ ਸਕਿੱਲ ਇਸ ਵਕਤ ਦਿੱਲੀ ਸਪੈਸ਼ਲ ਸੈੱਲ ਕੋਲ ਹੈ, ਉਸ ਦੀ ਵਰਤੋਂ ਇੱਕ ਸਹੀ ਕੌਜ਼ ਲਈ ਕੀਤੀ, ਜਿਸ ਨੇ ਪੰਜਾਬ ਅਤੇ ਹਰਿਆਣਾ ਦੇ STF ਜਾਂ AGTF ਸਥਾਨਕ ਜ਼ਿਲ੍ਹੇ ਦੀਆਂ ਪੁਲਿਸਾਂ ਜੋ ਕਿ ਅਲੱਗ-ਅਲੱਗ ਕ੍ਰਾਈਮਸ ਦੇ ਨਾਲ ਜੂਝ ਰਹੀਆਂ ਨੇ, ਉਹਨਾਂ ਕ੍ਰਿਮੀਨਲਸ ਨੂੰ ਟ੍ਰੇਸ ਕਰਨ ਦੇ ਵਿੱਚ ਬੁਰੀ ਤਰ੍ਹਾਂ ਸਟਰਗਲ ਕਰ ਰਹੀਆਂ ਨੇ, ਉਹਨਾਂ ਦੀ ਇੱਕ ਬਹੁਤ ਵੱਡੀ ਇਮਦਾਦ ਕੀਤੀ, ਮਦਦ ਕੀਤੀ। ਸੋ ਵਧਾਈ ਦੇ ਪਾਤਰ ਨੇ ਦਿੱਲੀ ਪੁਲਿਸ ਦੇ ਸਾਰੇ ਅਫਸਰ, ਉਹਨਾਂ ਦੇ ਜਿਹੜੇ ਕਮਿਸ਼ਨਰ ਸਪੈਸ਼ਲ ਹੈਗੇ ਨੇ ਹਰਗੋਬਿੰਦ ਧਾਲੀਵਾਲ, ਮਨੀਸ਼ੀ ਚੰਦਰਾ DCP ਜੋ ਕਿ ਪਹਿਲਾਂ ਵੀ ਇਹਨਾਂ ਆਪਰੇਸ਼ਨ ਦੇ ਵਿੱਚ ਇਨਵੋਲਵ ਰਹੇ ਹੈਗੇ ਨੇ, ਰਾਹੁਲ ਵਿਕਰਮ ਇੱਕ ਹੋਰ ACP ਹੈਗੇ ਨੇ ਤੇ ਦਿੱਲੀ ਪੁਲਿਸ ਦੇ ਕਈ ਇੰਸਪੈਕਟਰ ਤੇ ਹੇਠਲੇ ਪੱਧਰ ਦੇ ਅਧਿਕਾਰੀ ਜੋ ਕਿ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕੇਸ ਤੋਂ ਹੀ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ
दिन रात एक करते रहे ने। लेकिन इत्थे जाते जाते मैं एक गल जरूर करनी चाहांगा, क्योंकि दिल्ली पुलिस ने भी इस पूरे के पूरे ऑपरेशन नूं, खास करके नालागढ़ कोर्ट कंपलैक्स की जिहड़ी घटना है उस तो बाद की जिहड़ी तफ्तीश है उसनूं एक टैररिस्ट ते गैंगस्टर्स का एंगल दिता है। यानी कि उन्होंने कहा है कि उन्होंने एक गैंगस्टर ते टैररिस्टां का जिहड़ा मॉड्यूल है उसनूं नाकामयाब किया है, जिस विच मुढ़ले तौर पर लक्की पटियाल ते उसके बहुत ही करीबी साथी रहे दिलप्रीत बाबा ते दिलप्रीत बाबा का फ्रंटमैन गगनदीप शर्मा, ये सारे लोगों की इन्वॉल्वमेंट के कारण दिल्ली पुलिस ने इस गैंगस्टरों के खिलाफ ऑपरेशन नूं एक टैरर ऑपरेशन, एंटी टैरर ऑपरेशन भी करार दिता है, जिस उत्ते आने वाले दिनों के विच उसनूं थोड़ा जिहा होर नेड़ता तो समझण की लोड़ होएगी, क्योंकि जिक्र तो दिल्ली पुलिस के जिहड़ा प्रैस बयान है उस दे विच हरविंदर रिंदा यानी कि रिंदा संधू का भी किया गया है। सो जे रिंदा संधू का दिलप्रीत बाबे दे नाल जिहड़ा कनैक्शन है तो इस गैंग का लक्की पटियाल दे नाल जिहड़ा कनैक्शन, जो कि पुराना कनैक्शन रहा है, जे सिर्फ उसी नूं इस गैंगस्टरां दे मॉड्यूल नूं टैरर मॉड्यूल दस्सण दा एक कारण ते वजह है। सो मैनूं लगदा वो काफ़ी वजह नहीं है। इस चीज़ नूं स्थापित हुंदा वेखना पएगा कि ये गैंगस्टरां नूं छुड़ाउण दी एक कोशिश सी, ये पूरा दा पूरा मॉड्यूल एसेंशियली गैंगस्टरां दा एक ग्रुप सी, या फिर ये वाकई ही उन्हां खाड़कुआं या अतवादी टैररिस्टां का ग्रुप मन्निया जा सकता है, जो कि देश की कौमी अखंडता के खिलाफ काम करते हैं तो उस लिए एक खतरा हो सकते हैं। सो दिल्ली पुलिस ने भी इसनों एक टैरर गैंगस्टर जिहड़ा मॉड्यूल है वो करार दिता है, जिस नाल मैं कुछ हद तक इतफाक नहीं रखता। लेकिन देखते हैं कि आने वाले दिनों के जो तफ्तीश होर अगे तुरदी है, लक्की पटियाल दा की रिंदा संधू के नाल कोई कनैक्ट, सीधा कनैक्ट इस वारदात के पक्षों स्थापित हो पाएगा, इस चीज़ को वेखना बाकी रहेगा। जे नहीं हो पाता तो सिर्फ दिलप्रीत बाबा का एक केसवार या उसका फ्रंटमैन गगनदीप शर्मा जे इस वारदात के विच वरत लिया गया तो उसी नूं एक टैरर गैंगस्टर कनैक्ट का एक कारण समझा जा रहा है। मैनूं लगदा कि वो अपने आप दे विच सही या उचित नहीं है, लेकिन आने वाले दिनों के विच देखांगे कि तफ्तीश अगे होर किवें तुरदी है। आज की रिपोर्ट इत्थों तक ही सी। मैनूं लगा कि चीज़ों को पूरा करना, क्लैरीफाई करना बहुत जरूरी है, क्योंकि आप 2 रिपोर्टां पहले ही इस विषय उत्ते बनाईयां ने। सो अज दिल्ली पुलिस की इस पूरी की पूरी कार्रवाई उत्ते ये बनती रिपोर्ट सी। आस करांगा तुहानूं ठीक लगी होएगी। बहुत बहुत धन्यवाद इस रिपोर्ट को वेखण लई। थैंक यू सो मच। एक होर रिपोर्ट लैके छेती हाज़र होवांगा।